बिस्मिल्लाहिर्रहमानिर्रहीम अस्सलामुअलैकुम। वेलकम टू द फार्मिंग टिप्स। मुअज़्ज़ज़ नाज़रीन, आज फिर मैं आपको एक इंतहाई तजर्बाकार बुज़ुर्गों के पास लेके आया हूँ। मुझे जो इनकी सबसे अच्छी बात लगी वो ये कि ये कहते हैं कि ज़िंदगी हरकत का नाम है, खड़ी चीज़ें अच्छी नहीं होती। ये इसलिए प्रॉपर तौर पे मुंदरे खरीदते हैं और उनको सेल करते जाते हैं। जो ही को बिका तो बेच देते हैं, उनको स्टॉक करके नहीं रखते। शायद यही इनकी मुंद्रा फार्मिंग में कामयाबी का राज है। आज हम इनके लाइफ लॉन्ग एक्सपीरियंस से फ़ायदा उठाने की कोशिश करेंगे और जानेंगे कि मुंद्रा या छतरा या बेड़ा या बकरा कैसे अच्छे तरीके से पाला जा सकता है और कैसे बेहतर तरीके से इनसे नफ़ा हासिल किया जा सकता है। आपको इनका सादा सा सस्ता सा छोटा सा शेड भी दिखाएंगे और इसके साथ साथ उनसे बातचीत भी करेंगे और उनसे मुंद्रा फार्मिंग के हवाले से बहुत सारे सवालात और जवाबात हासिल करेंगे। हमेशा की तरह प्रॉपर इंटरव्यू स्टार्ट करने से पहले याद करवाना चाहूँगा कि पाकिस्तान में फार्मिंग बिज़नेस को प्रमोट करने के लिए फार्मिंग टिप्स का साथ दें और चैनल को सब्सक्राइब करके बेल आइकन दबाएं ताकि हर नई आने वाली वीडियो की इत्तला आप तक टाइमली पहुंच सके। तो चलें इंटरव्यू स्टार्ट करते हैं। अस्सलाम वालेकुम। वालेकुम सलाम जी। चाचा जी की हाल चाल है? खैर जनाब, खैर दादा। चाचा अपना और अपने पिंड का तारफ करा दिया जी। साडा पिंड का नाम जी सोल। ठीक है। मेरा नाम है मोहम्मद मुश्ताक शेख। ठीक है। चाचा सोल पिंड किहड़े एरिया च वाक़या है? पसरूर तहसील पसरूर च, जिला सियालकोट। ठीक है। चाचा तुसीं ਇਹ ਭੇਡੇ ਦੀ ਫਾਰਮਿੰਗ ਕਿਦੋਂ ਦੀ ਕਰਦੇ ਹੋ ਤੇ ਕਿੰਨਾ ਅਰਸਾ ਹੋ ਗਿਆ ਤੁਹਾਨੂੰ ਇਹ ਭੇਡੇ ਪਾਲਦੇ ਆ? ਇਹ ਸਾਨੂੰ ਕੋਈ 25-30 ਸਾਲ ਹੋ ਗਏ ਨੇ। ਯਾਨੀ ਤੁਸੀਂ ਬੜੀ ਦੇਰ ਤੋਂ ਕਰ ਰਹੇ ਹੋ? ਹਾਂਜੀ ਹਾਂਜੀ, ਮਾਸ਼ਾਅੱਲਾ ਮਾਸ਼ਾਅੱਲਾ ਜੀ। ਤੇ ਤੁਸੀਂ ਕਈ ਲੋਕ ਬੱਕਰੀਆਂ ਪਾਲਦੇ ਨੇ, ਕਈ ਲੋਕ ਗਾਈਆਂ ਪਾਲਦੇ ਨੇ, ਕਈ ਮੱਝਾਂ ਪਾਲਦੇ ਨੇ। ਤੁਸੀਂ ਖਾਸ ਤੌਰ ਤੇ ਭੇਡੇ ਦਾ ਇੰਤਖਾਬ? ਹਾਂਜੀ ਹਾਂਜੀ, ਸਾਨੂੰ ਭੇਡਾਂ ਤੇ ਬੱਕਰਾ। ਇਹਦਾ ਇੰਤਖਾਬ ਕੀ ਕਰਨ ਦੀ ਵਜ੍ਹਾ, ਖਾਸ ਵਜ੍ਹਾ ਕੀ ਹੈ ਕਿ ਤੁਸੀਂ ਇਹਦਾ ਇੰਤਖਾਬ ਕੀਤਾ? ਬਸ ਆਪਣੀ ਸ਼ੌਂਕ ਦੀ ਵਜ੍ਹਾ ਨਾਲ। ਤੁਹਾਨੂੰ ਇਹ ਪਸੰਦ ਹੈ? ਜੀ ਸਰ। ਠੀਕ ਹੋ ਗਿਆ। ਹਾਂਜੀ। ਤੁਹਾਡੇ ਕੋਲ ਕਿਹੜੀ ਨਸਲ ਦੇ ਭੇਡੇ ਨੇ? ਸਾਡੇ ਕੋਲ ਮੁੰਦਰੇ ਨੇ ਜੀ। ਮੁੰਦਰੇ? ਜੀ ਮੁੰਦਰੇ। ਇਸ ਤੋਂ ਇਲਾਵਾ ਬੱਕਰਾ। ਠੀਕ ਹੈ। ਇਹ ਮੁੰਦਰੇ ਕਿਹੜੇ ਇਲਾਕੇ 'ਚ ਪਾਏ ਜਾਂਦੇ ਨੇ ਆਮ ਤੌਰ ਤੇ? ਇਹ ਮੁੰਦਰੇ ਪਾਏ ਜਾਂਦੇ ਜੀ ਰਾਜਨਪੁਰ, ਜ਼ਿਲ੍ਹਾ ਰਾਜਨਪੁਰ, ਮੁਹੰਮਦਪੁਰ ਮੰਡੀ। ਠੀਕ ਹੈ ਜੀ। ਉਸ ਇਲਾਕੇ 'ਚੋਂ ਲੈ ਕੇ ਆਉਂਦੇ ਹੋ? ਜੀ ਸਰ। ਡੇਰਾ ਗਾਜ਼ੀ ਖਾਨ, ਰਾਜਨਪੁਰ। ਠੀਕ ਹੈ। ਇਹਦੇ ਵਿੱਚ ਕਜਲਿਆਂ ਦੀ ਨਸਲ ਵੀ ਹੁੰਦੀ ਹੈ, ਬਾਗੜੀ ਵੀ ਹੁੰਦੀ ਹੈ, ਮੁੰਦਰੇ? ਕਜਲਾ ਜਿਹੜਾ ਇਹ ਸਰਗੋਦੇ ਦੇ ਇਲਾਕੇ 'ਚ ਹੁੰਦਾ। ਤੁਹਾਡਾ ਜਿਹੜਾ ਮੁੰਦਰੇ ਦਾ ਇੰਤਖਾਬ ਇਹਦੀ ਕਰਨ ਦੀ ਖਾਸ ਵਜ੍ਹਾ ਕੀ ਹੈ? ਮੁੰਦਰੇ 'ਚ ਕੀ ਖੂਬੀ ਹੈ ਕਿ ਤੁਸੀਂ ਇਹਨੂੰ ਚੁਣਿਆ? ਇਹ ਅੱਛਾ ਬਣਦਾ ਹੈ, ਅੱਛੇ ਪੱਠੇ ਖਾਂਦਾ ਹੈ, ਇਹਦਾ ਵਜ਼ਨ ਜ਼ਿਆਦਾ ਨਿਕਲਦਾ ਹੈ। ਵਜ਼ਨ ਜ਼ਿਆਦਾ ਨਿਕਲਦਾ ਹੈ, ਅੱਛੇ ਪੱਠੇ ਖਾਂਦਾ ਹੈ ਔਰ ਅੱਛਾ ਬਣਦਾ ਹੈ। ਇਸ ਵਾਸਤੇ ਤੁਸੀਂ ਇਹਦਾ ਇੰਤਖਾਬ ਕੀਤਾ। ਕਈ ਲੋਕ ਕਹਿੰਦੇ ਨੇ ਕਿ ਮੁੰਦਰੇ ਜੀ ਦੂਸਰੇ ਇਲਾਕੇ 'ਚੋਂ ਲਿਆ ਕੇ, ਮਤਲਬ ਡੀਜੀ ਹਾਂ ਤੋਂ, ਡੇਰਾ ਗਾਜ਼ੀ ਖਾਨ ਤੋਂ ਜਾਂ ਰਾਜਨਪੁਰ ਤੋਂ ਲੈ ਕੇ ਆਈਏ ਤੇ ਇੱਥੇ ਆ ਕੇ ਬਿਮਾਰ ਹੋ ਜਾਂਦੇ ਨੇ, ਪਾਣੀ ਲਾਗ ਦਾ ਮਸਲਾ ਹੋ ਜਾਂਦਾ ਹੈ। ਨਹੀਂ, ਉਹ ਆਪਣੀ ਅਕਲ ਵੀ ਦੜਾਈ ਦੀ ਹੈ ਨਾ। ਉਹ ਅਕਲ ਦੱਸੋ ਜ਼ਰਾ ਨਾਜ਼ਰੀਨ। ਉਹ ਜਨਾਬ ਇਹ ਵੇਖੋ, ਉਹਨਾਂ ਨੂੰ ਪਹਿਲਾਂ ਪਾਣੀ ਪਿਆਣਾ ਹੀ ਨਹੀਂ, ਜਦੋਂ ਲਿਆਉਣੇ ਨੇ ਨਾ ਉਹਨਾਂ ਨੂੰ ਪੱਠੇ ਖਵਾ ਕੇ, ਉਹਨਾਂ ਨੂੰ ਵੰਡਾ ਖਵਾ ਕੇ ਤੇ ਬਾਅਦ 'ਚ ਪਾਣੀ ਡਾਣਾ। ਠੀਕ ਹੈ। ਉਹ ਅੱਲਾ ਦੀ ਰਹਿਮਤ ਨਾਲ ਇਨਸ਼ਾਅੱਲਾ ਠੀਕ ਰਹਿੰਦੇ ਨੇ, ਫਿਰ ਨਹੀਂ ਮਸਲਾ ਹੁੰਦਾ, ਫਿਰ ਕੋਈ ਮਸਲਾ ਨਹੀਂ ਹੁੰਦਾ। ਜ਼ਬਰਦਸਤ। ਕਿਉਂਕਿ ਦੂਜੇ ਇਲਾਕੇ 'ਚ ਜਦੋਂ ਮਾਲ ਆਉਂਦਾ ਹੈ ਨਾ, ਉਹ ਪਾਣੀ ਦਾ ਵੀ ਅਸਰ ਹੋ ਜਾਂਦਾ, ਪਾਣੀ ਲਾਗ ਹੋ ਜਾਂਦੀ ਹੈ। ਠੀਕ ਹੈ। ਜਦੋਂ ਉਹਨਾਂ ਨੂੰ ਕੁਝ ਖਵਾ ਲਈਏ, ਠੀਕ ਹੈ, ਉਹ ਪੇਟ ਉਹਨਾਂ ਨੂੰ ਭਰ ਕੱਢਦਾ। ਸਹੀ ਹੈ। ਉਹ ਅੱਛੇ ਰਹਿੰਦੇ ਨੇ। ਠੀਕ ਹੈ। ਹਾਂ। ਇੱਕ ਪੱਠਾ ਔਸਤਨ ਕਿੰਨੇ ਦਾ ਲੱਭ ਜਾਂਦਾ ਜਿਹੜਾ ਤੁਸੀਂ ਲੈ ਕੇ ਆਉਂਦੇ ਹੋ? ਜਦੋਂ ਅਸੀਂ ਉਦੋਂ ਤੂੜੀ ਦਾਣੇ ਪਾਉਂਦੇ ਹਾਂ ਵੰਡਾ। ਨਹੀਂ ਮਤਲਬ ਜਦੋਂ ਪੱਠਾ ਮਤਲਬ ਜਵਾਨ ਭੇਡਾਂ ਤੁਸੀਂ ਲੈ ਕੇ ਆਉਂਦੇ ਜਦੋਂ, ਕਿੰਨੀ ਉਮਰ ਦਾ ਹੁੰਦਾ? ਉਹ ਕੋਈ 6 ਮਹੀਨੇ ਦਾ ਹੁੰਦਾ, ਕੋਈ 5 ਮਹੀਨੇ ਦਾ ਹੁੰਦਾ, ਕੋਈ 7 ਮਹੀਨੇ ਦਾ ਹੁੰਦਾ। ਉੱਥੋਂ ਖਰੀਦਣ ਦਾ ਔਰ ਇੱਥੇ ਪਹੁੰਚਣ ਤੱਕ ਦਾ ਖਰਚਾ ਪਾ ਕੇ ਕਿੰਨੇ ਦਾ ਪੈ ਜਾਂਦਾ? ਉਹ 20,000 ਦਾ ਵੀ ਪੈ ਜਾਂਦਾ। ਠੀਕ ਹੈ। 25,000 ਦਾ ਵੀ ਪੈ ਜਾਂਦਾ। ਠੀਕ ਹੈ। 18,000 ਦਾ ਵੀ ਪੈ ਜਾਂਦਾ, 15 ਦਾ ਵੀ ਪੈ ਜਾਂਦਾ। ਯਾਨੀ ਔਸਤਨ ਫਿਰ 20,000 ਦਾ ਪਿਆ ਨਾ? ਹਾਂ। ਠੀਕ ਹੈ। ਹਾਂਜੀ। ਫੀ ਜਾਨਵਰ ਰੱਖਣ ਵਾਸਤੇ ਕਿੰਨੀ ਜਗ੍ਹਾ ਚਾਹੀਦੀ ਹੁੰਦੀ ਹੈ? ਇਹ ਤੁਸੀਂ ਕਿੰਨੇ ਮਰਲੇ ਦੀ ਹਵੇਲੀ ਬਣਾਈ ਹੈ? ਇਹ ਸਾਡੀ ਜਗ੍ਹਾ ਜਨਾਬ 8 ਮਰਲੇ ਦੀ। 8 ਮਰਲੇ 'ਚ ਕਿੰਨੇ ਜਾਨਵਰ ਰੱਖੇ ਜਾ ਸਕਦੇ ਨੇ? 8 'ਚ 100-150 ਜਾਨਵਰ ਆ ਜਾਂਦਾ। 100-150 ਆ ਜਾਂਦਾ ਆਰਾਮ ਨਾਲ? ਹਾਂਜੀ। ਡੇਢ ਤਰੀਨ ਖੁੱਲਾ। ਸਹੀ ਹੈ। ਸਰਕਰਾ ਦੀ ਜਗ੍ਹਾ ਨਾਲ। ਠੀਕ ਹੈ। ਇਹ ਸਾਰੀ ਜਗ੍ਹਾ ਦੇ ਵਿੱਚ ਮੇਰੇ ਸਨਕ ਰੱਖੀਏ। ਸਹੀ ਹੈ। ਤੇ ਇਹਦੇ ਵਿੱਚ ਇਹ ਬਰਾਂਡੇ ਵੀ ਬਣੇ ਨੇ ਅੰਦਰ। ਠੀਕ ਹੈ। ਇੱਥੇ ਸਿਆਲ 'ਚ ਅੰਦਰ ਘਰ ਲਈਦੇ ਨੇ। ਠੀਕ ਹੈ। ਇੱਧਰ ਗਰਮੀ 'ਚ ਬਾਹਰ ਕੱਢ ਲਈਦੇ ਨੇ। ਜ਼ਬਰਦਸਤ ਹੋ ਗਿਆ। ਇਹ ਰੁੱਖੇ ਛਾਂ ਵੀ ਹੈ, ਇੱਕ ਉਧਰ ਇੱਕ ਹੈ। ਸਹੀ ਹੈ। ਹਾਂਜੀ। ਇਹ ਤੁਸੀਂ ਲੱਕੜੀਆਂ ਖੁਰਲੀਆਂ ਜਿਹੜੀਆਂ ਲੱਕੜੀ ਦੀਆਂ ਬਣਾਈਆਂ ਨੇ, ਕੁਛ ਲੋਕ ਸੀਮਟ ਦੀਆਂ, ਲੋਹੇ ਦੀਆਂ ਬਣਾਉਂਦੇ ਨੇ। ਨਹੀਂ, ਇਹ ਬਿਹਤਰ ਹੁੰਦੀ ਹੈ ਨਾ, ਫਰਜ਼ ਕਰੋ ਕਿਤੇ ਚੁੱਕ ਕੇ ਲਾਂਭੇ ਰੱਖਣੀ ਪੈਂਦੀ ਹੈ। ਠੀਕ ਹੈ। ਉਹ ਸੀਮਟ ਦੀ ਤਾਂ ਨਹੀਂ ਚੁੱਕ ਕੇ ਲਾਂਭੇ ਰੱਖੀ ਜਾਂਦੀ। ਬਿਲਕੁਲ ਸਹੀ ਹੈ। ਬਾਰਿਸ਼ ਪੈ ਜਾਂਦੀ ਹੈ। ਬਿਲਕੁਲ ਸਹੀ ਹੈ। ਉਹ ਚਿੱਕੜ ਹੋ ਜਾਂਦਾ ਤੇ ਉਹਨੇ ਇਹਨੂੰ ਚੁੱਕ ਕੇ ਦੂਸਰੇ ਥਾਂ ਰੱਖ ਦਿਓ। ਠੀਕ ਹੈ। ਕਿਉਂਕਿ ਇਹ ਮਾਲ ਸੁੱਕਦਾ। ਬਿਲਕੁਲ ਸਹੀ ਹੋ ਗਿਆ, ਗਿੱਲਾ ਨਹੀਂ। ਜ਼ਬਰਦਸਤ। ਹਾਂਜੀ।
ਤੇ ਲੋਹੇ ਦੀ ਖੁਰਲੀ ਅਗਰ ਉਹਦੀ ਨੁੱਕਰ ਨਿਕਲੇ ਤਾਂ ਜਾਨਵਰ ਨੂੰ ਜ਼ਖਮੀ ਵੀ ਕਰ ਸਕਦੀ। ਉਹ ਜ਼ਖਮੀ ਕਰਦੀ, ਨਾਲੇ ਇਹਦੇ ਕਿ ਉਹ ਤਪ ਜਾਂਦੀ ਹੈ, ਤਪ ਜਾਂਦੀ ਹੈ, ਮੂੰਹ ਸੜ ਜਾਂਦਾ ਲੇਲੇ ਦਾ। ਲੱਕੜੀ ਨਹੀਂ ਤਪਦੀ, ਲੱਕੜੀ ਤਪਦੀ ਨਹੀਂ। ਬੜੀ ਜ਼ਬਰਦਸਤ ਗੱਲ ਕੀਤੀ ਜੇ। ਇੱਕ ਖੁਰਲੀ ਇਹੋ ਜਿਹੀ ਕਿੰਨੇ ਦੀ ਲੱਗ ਜਾਂਦੀ ਹੈ? ਇਹ ਖੁਰਲੀ ਕੋਈ 4000 ਦੀ ਲੱਭਦੀ ਹੈ। 4000? ਹਾਂਜੀ, ਠੀਕ ਹੋ ਗਿਆ। ਇਹ ਭੇਡੇ ਤੁਸੀਂ ਲੈਂਦੇ ਹੋ ਜੀ? ਭੇਡਾਂ ਵੀ ਇਹਦੇ ਨਾਲ ਰੱਖੀਆਂ ਜੀ, ਸਿਰਫ ਭੇਡੇ ਰੱਖੇ? ਨਹੀਂ, ਅਸੀਂ ਲੇਲੇ ਹੀ ਰੱਖਣੇ। ਤੇ ਇਹ ਕੁਰਬਾਨੀ ਤੇ ਵੇਚਦੇ ਜਾਂ ਅੱਗੇ ਪਿੱਛੇ ਵੇਚ ਛੱਡਦੇ? ਨਹੀਂ, ਜਦੋਂ ਵੀ ਕੋਈ ਆਏ ਲੱਦੇ ਛੜੀਦਾ। ਅੱਛਾ, ਹਾਂ, ਠੀਕ ਹੈ। ਕਿੰਨੀ ਕੁ ਦੇਰ ਬਾਅਦ ਤੁਸੀਂ ਨਵੇਂ ਭੇਡੇ ਲੈ ਆਉਂਦੇ ਹੋ? ਅਸੀਂ 10 ਦਿਨ ਵੀ ਜਾਂਦੇ ਆ, 15 ਦਿਨ ਵੀ ਜਾਂਦੇ ਆ, 20 ਦਿਨ ਵੀ ਜਾਂਦੇ ਹੀ ਰਹਿੰਦੇ, ਵਿਕਦੇ ਰਹਿੰਦੇ ਨੇ? ਵਿਕਦੇ ਰਹਿੰਦੇ ਨੇ। ਠੀਕ ਹੈ, ਠੀਕ। ਅਸੀਂ ਹੁਣ ਅੱਗੇ ਮਸਨ 50 ਭਾਰੂ ਆਹ ਵੇਚ ਛੜੇ ਨੇ। ਜ਼ਬਰਦਸਤ। ਤੇ 18 ਸਾਡੇ ਕੋਲ ਨੇ। ਇਹਦੀ ਉਹ ਬੰਦਾ ਨਾ ਜਾਂਦਾ ਸਾ, ਹੁਣ ਇਹ ਵੀ ਕੱਢ ਛੱਡਨੇ। ਜ਼ਬਰਦਸਤ। ਇਹਦੇ ਉੱਤੇ ਬੰਦਾ ਰੱਖਿਆ ਤੁਸੀਂ? ਹਾਂਜੀ। ਤੇ ਕਿੰਨੇ ਬੰਦੇ ਸੰਭਾਲਦੇ ਨੇ ਅੱਜ ਸਾਰੇ ਭੇਡਿਆਂ ਨੂੰ? ਇਹਨਾਂ ਨੂੰ 2 ਬੰਦੇ ਹੁੰਦੇ ਨੇ। 2 ਬੰਦੇ? ਜੀ, ਠੀਕ ਹੈ। ਕਿੰਨੀ ਕਿੰਨੀ ਤਨਖਾਹ ਉਹਨਾਂ ਨੂੰ ਦਿੰਦੇ? ਉਹਨਾਂ ਨੂੰ 14-14 ਹਜ਼ਾਰ ਰੁਪਇਆ ਦੇਈਦਾ, ਸਣੇ ਰੋਟੀ ਕੱਪੜਾ ਜੁੱਤੀ ਦੋਵਾਂ ਨੂੰ। ਠੀਕ ਹੈ। ਆਮ ਤੌਰ ਤੇ ਤੁਸੀਂ 70-80 ਰੱਖਦੇ ਹੋਣੇ, ਇਹਦਾ ਮਤਲਬ ਜਾਂ ਤੇ ਤੁਹਾਡੇ ਵੇਖ ਕੇ ਤੁਹਾਨੂੰ 18 ਰਹਿ ਗਏ ਨੇ? ਹਾਂ, 18 ਰਹਿ ਗਏ। ਠੀਕ ਹੋ ਗਿਆ। ਜਾਨਵਰ ਜੀ ਤੁਸੀਂ 20,000 ਦਾ ਲੈ ਆਉਂਦੇ ਹੋ ਤੇ ਇੱਥੇ ਆ ਕੇ ਕਿੰਨੇ ਮਹੀਨੇ ਸੰਭਾਲ ਕੇ ਉਹਨੂੰ ਵੇਚਦੇ ਹੋ? ਕਿੰਨੀ ਦੇਰ ਸੰਭਾਲ ਕੇ ਵੇਚਦੇ ਹੋ? ਸਾਡੇ ਕੋਲ ਕੋਈ ਉਸ ਵੇਲੇ ਵੀ ਲਾਈਏ ਤਾਂ ਅਸੀਂ ਦੇ ਜਾਂਦੇ। ਕਿੰਨਾ ਕੁ ਇਹਦੇ 'ਚ ਮੁਨਾਫਾ ਹੋ ਜਾਂਦਾ ਫਿਰ ਜਾਨਵਰ? ਮੁਨਾਫਾ ਇਹਦੇ 'ਚ ਕੋਈ 2000 ਵੀ ਹੋ ਜਾਂਦਾ, 1000 ਵੀ ਹੋ ਜਾਂਦਾ, 4000 ਵੀ ਹੋ ਜਾਂਦਾ। ਉਹ ਜਿਸ ਤਰ੍ਹਾਂ ਦਾ ਭਾਰੂ ਹੈ ਗਾਹਕ ਤੱਕ। ਹਰ ਟਾਈਮ ਵੇਚਣਾ ਬਿਹਤਰ ਰਹਿੰਦਾ ਜਾਂ ਸਿਰਫ ਈਦ 'ਤੇ ਵੇਚਣਾ ਚਾਹੀਦਾ? ਨਹੀਂ, ਅਸੀਂ ਹਰ ਟਾਈਮ ਵੇਚਨੇ। ਹਰ ਟਾਈਮ ਵੇਚਣਾ ਬਿਹਤਰ ਰਹਿੰਦਾ। ਠੀਕ ਹੋ ਗਿਆ। ਹਾਂਜੀ। ਇਹਨਾਂ ਦੀ ਰੋਜ਼ਾਨਾ ਦੀ ਰੂਟੀਨ ਕੀ ਰੱਖੀ ਜੇ ਖਾਣ ਪਿਆਣ ਦੀ? ਕਿਸ ਤਰ੍ਹਾਂ ਇਹਨਾਂ ਨੂੰ ਖਾਲ ਦੇ? ਇਹਨਾਂ ਨੂੰ ਜਨਾਬ ਚੋਖਰ, ਠੀਕ ਹੈ, ਕਰਾ ਤੇ ਤੂੜੀ ਪਾਣੀ ਹੈ। ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੂੰ ਪਾਣਾ ਜੈਂਤਰ। ਠੀਕ ਹੈ। ਇਹਨਾਂ ਦਾ ਮੂੰਹ ਜਿਹੜਾ ਜਰਾ ਸਲੂਣਾ ਹੋ ਜਾਏ, ਇੱਥੇ ਲਿਆ ਕੇ? ਇੱਥੇ ਲਿਆ ਕੇ। ਠੀਕ ਹੈ। ਇਹ ਖੁਰਲੀਆਂ ਰੱਖੀਆਂ ਨੇ, ਇਹਦੇ ਵਿੱਚ ਹੀ ਪਾ ਦੇਣ। ਠੀਕ ਹੈ। ਕਿੰਨਾ ਕਿੰਨਾ ਚੋਖਰ, ਕਰਾ ਔਰ ਤੂੜੀ ਪਾਉਂਦੇ ਹੋ? ਫਰਜ਼ ਕਰੋ ਇਹ ਤਾਂ ਦੱਸ ਦੇਣੀ ਹੈ ਨਾ। ਜੀ ਜੀ। ਤੇ 2-2 ਕਿਲੋ ਵੀ ਖਾ ਲੈਂਦਾ, 3-3 ਕਿਲੋ ਵੀ ਖਾ ਜਾਂਦਾ। ਠੀਕ ਹੈ। ਇੱਕ ਟਾਈਮ ਦਾ 2 ਕਿਲੋ ਦਾ ਜਾਨਵਰ ਹਰ ਖਾ ਜਾਂਦਾ। ਸਹੀ ਹੈ। 2 ਟਾਈਮ ਦਾ 4 ਕਿਲੋ ਵੀ ਹੋ ਸਕਦਾ, 3 ਕਿਲੋ ਵੀ ਹੋ ਸਕਦਾ। ਬਾਹਰ ਵੀ ਚੁੱਕਦੇ ਨੇ। ਠੀਕ ਹੈ। ਬਾਹਰ ਵੀ ਚਲਾਉਂਦੇ ਹੋ? ਬਾਹਰ ਵੀ ਚਲਾਉਂਦੇ। ਬਾਹਰ ਕਿੰਨੇ ਘੰਟੇ ਚਲਾਉਂਦੇ ਹੋ? ਬਾਹਰ ਜਨਾਬ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਸਿੱਧਾ ਚਾਰੀ ਦੇ ਨੇ। 9 ਤੋਂ 3 ਵਜੇ ਤੱਕ? 3 ਵਜੇ ਸਿੱਧਾ। ਉਸ ਤੋਂ ਬਾਅਦ ਲਿਆ ਕੇ ਕੋਈ ਘੰਟਾ ਇਹਨਾਂ ਨੂੰ ਬਹਿਣ, ਪਾਣੀ ਛਾਣੀ ਪੀਂਦੇ ਨੇ। ਬਾਅਦ ਵਿੱਚ ਫਿਰ ਪਿਛਲੇ ਪੈਰ 4-5 ਵਜੇ ਨਾਲ ਪੱਠੇ ਪਾ ਦੇਈਦੇ। ਠੀਕ ਹੈ। ਚਾਚਾ ਇਹਨਾਂ ਦੀ ਮਤਲਬ ਕਿ ਇਹ ਤਾਂ ਤੁਸੀਂ ਇਹਨਾਂ ਦੀ ਖਾਣ ਪੀਣ ਦੇ ਹਵਾਲੇ ਨਾਲ ਰੂਟੀਨ ਦੱਸੀ ਹੈ, ਪਾਣੀ ਦਾ ਕੀ ਨਿਜ਼ਾਮ ਰੱਖਦੇ ਹੋ? ਪਾਣੀ ਇਹਨਾਂ ਨੂੰ ਪਿਲਾਉਂਦੇ ਹੋ? ਪਾਣੀ ਇਹ ਪੀਂਦੇ ਹੀ ਰਹਿੰਦੇ ਨੇ। ਇੱਥੇ ਰੱਖਿਆ ਹੁੰਦਾ ਕਿਤੇ? ਹਾਂਜੀ। ਠੀਕ ਹੈ। ਇਹਨਾਂ ਦੀ ਬਾਲਟੀਆਂ ਰੱਖੀਆਂ ਨੇ। ਠੀਕ ਹੈ। ਉਹਦੇ ਵਿੱਚ ਪਾਣੀ ਪਾ ਦਿਓ, ਇਹ ਪੱਠੇ ਖਾਂਦੇ ਰਹਿੰਦੇ ਨੇ, ਆਪ ਹੀ ਪੀਂਦੇ ਰਹਿੰਦੇ ਨੇ। ਠੀਕ ਹੈ। ਹਾਂ। ਬਿਮਾਰੀਆਂ ਤੋਂ ਹਿਫਾਜ਼ਤ ਦੀ ਕੋਈ ਦੇਸੀ ਨੁਸਖੇ ਦੱਸੋ ਕਿ ਬਿਮਾਰੀਆਂ ਤੋਂ ਬਚਾਉਣ ਵਾਸਤੇ ਜਾਨਵਰਾਂ ਦਾ ਕਿਸ ਤਰ੍ਹਾਂ ਖਿਆਲ ਰੱਖਣਾ? ਅਸੀਂ ਤਾਂ ਜ਼ਿਆਦਾ ਪਿਆਜ਼ ਹੀ ਦਿੰਦੇ ਆ। ਨਿਰਾ ਪਿਆਜ਼? ਹਾਂ, ਨਿਰਾ ਪਿਆਜ਼। ਕੱਟ ਕੇ ਜਾਂ ਇੰਜੀ? ਨਹੀਂ, ਕੱਟ ਕੇ ਨਾ। ਹਾਂ ਹਾਂ। ਫਰਜ਼ ਕਰੋ 4 ਇੱਕ ਪਿਆਜ਼ ਦਾ ਗੰਢਾ। ਹਾਂ ਹਾਂ। ਉਹਦੇ 4 ਡਕਰੇ ਕਰ ਲੈਣੇ। ਠੀਕ ਹੈ। ਉਹ ਇੱਕ ਤੇ ਪੇਟ ਤੇ ਪਾਣੀ ਨਹੀਂ ਖਿਲਾਉਣ ਦਿੰਦਾ। ਇੱਕ ਹਾਜ਼ਮਾ ਰੱਖਦਾ। ਠੀਕ ਹੈ। ਮਾਲ ਨੂੰ ਅੱਗੇ ਰੱਖ ਦੇ ਤਾਂ ਆਪ ਹੀ ਖਾ ਜਾਂਦੇ ਨੇ? ਆਪ ਹੀ ਵੀ ਖਾ ਜਾਂਦੇ ਨੇ, ਕਈਆਂ ਨੂੰ ਦੇਣੇ ਪੈਂਦੇ ਨੇ ਮੂੰਹ ਅੱਡ ਕੇ। ਹਾਂ। ਸਹੀ ਹੋ ਗਿਆ। ਹਾਂਜੀ। ਤੇ ਜੇ ਉਸ ਤਰ੍ਹਾਂ ਮਸਾਲਾ ਦੂਜਾ ਦੇਣਾ, ਉਹ ਅੱਧੇ ਤੇ ਕੁੱਟ ਲਈਦਾ। ਮਿਰਚਾਂ ਹਰੀਆਂ ਕੁੱਟ ਲਈਦੀਆਂ ਨੇ। ਠੀਕ ਹੈ। ਠੀਕ ਹੈ। ਵਿੱਚ ਪਿਆਜ਼ ਪਾ ਲਓ। ਠੀਕ ਹੈ। ਵਿੱਚ ਜਵੈਣ ਪਾ ਲਓ। ਠੀਕ ਹੈ। ਕਾਲਾ ਲੂਣ ਪਾ ਲਓ। ਸਹੀ ਹੈ। ਇਹ ਮਸਾਲਾ ਬਣਾ ਕੇ ਸਾਰਾ ਇਕੱਠਾ ਇੱਕ ਚਮਚੀ ਸ਼ਾਮ ਨੂੰ ਦੇ ਦਿਓ, ਦੂਜੇ ਤੀਜੇ ਦਿਨ। ਸਹੀ ਹੋ ਗਿਆ। ਹਾਂ। ਚਾਚਾ ਮੈਂ ਤੁਹਾਨੂੰ ਕਾਫੀ ਗੱਲਾਂ ਪੁੱਛੀਆਂ ਨੇ ਜੀ, ਕੋਈ ਗੱਲ ਆਪਣੀ ਤਰਫੋਂ ਦੱਸੋ ਜਿਹੜੇ ਭੇਡਾਂ ਪਾਲ ਹਜ਼ਰਾਤ ਨੇ ਜਾਂ ਭੇਡਾਂ ਪਾਲਣ ਵਾਲੇ ਲੋਕ ਨੇ, ਉਹਨਾਂ ਦੇ ਕੰਮ ਆਈਏ। ਤੁਹਾਡਾ ਤੇ 25 ਸਾਲ ਦਾ ਤਜਰਬਾ ਨਾ ਜੀ, ਇਸ ਤਜਰਬੇ ਦੀ ਬੁਨਿਆਦ 'ਤੇ ਆਪਣੀ ਤਰਫੋਂ ਕੋਈ ਐਸੀ ਗੱਲ ਦੱਸੋ ਜਿਹੜੀ ਸੁਣਨ ਵਾਲਿਆਂ ਨੂੰ ਫਾਇਦਾ ਦੇ। ਜਨਾਬ ਇਹ ਵੇਖ ਕੇ ਇਹਦੇ ਵਿੱਚ ਇਹ ਫਾਇਦਾ ਹੁੰਦਾ ਕਿ ਫਰਜ਼ ਕਰੋ ਤੁਸੀਂ ਹੁਣ 20,000 ਦਾ ਮਾਲ ਲਿਆਂਦਾ ਜੀ, ਠੀਕ ਹੈ, ਕਲੇਲਾ ਲਿਆਂਦਾ, ਠੀਕ ਹੈ, ਉਹਨੂੰ ਤੁਸੀਂ ਸਾਲ ਪਾਲਦੇ ਹੋ, ਠੀਕ ਹੈ, ਉਹ 60,000 ਦਾ ਵੀ ਵਿਕ ਸਕਦਾ, ਉਹ 40,000 ਦਾ ਵੀ ਵਿਕ ਸਕਦਾ, ਠੀਕ ਹੈ, ਕਹਿੰਦੇ ਨੇ ਉਹਦੇ ਜਿਸ ਤਰ੍ਹਾਂ ਤੁਸੀਂ ਸਾਹਮਣੇ ਉਹਦੇ ਮੁਤਾਬਕ ਉਹਨੇ ਬਣਨਾ ਲੈ ਲੈਣੇ। ਕੁਝ ਨਸਲੀ ਲੇਲੇ ਹੁੰਦੇ ਨੇ, ਕੋਈ ਮੁੰਦਰਾ, ਬੱਕਰਾ, ਰਾਜਨਪੁਰ ਦਾ ਬੱਕਰਾ ਅੱਛੀ ਨਸਲ ਦਾ, ਸਫੈਦ ਰੰਗ ਹੈ, ਬਿੱਲੀਆਂ ਅੱਖਾਂ ਨੇ ਉਹਦੀਆਂ, ਠੀਕ ਹੈ, ਠੀਕ ਹੈ, ਤੇ ਉਹ ਦੂਜਾ ਮੁੰਦਰਾ, ਠੀਕ ਹੈ, ਉਹ ਨਾੜੀ ਫਾਰਮ ਨੇ ਉੱਥੋਂ ਵੀ ਮਿਲਦਾ, ਠੀਕ ਹੈ, ਡੇਰੇ ਗਾਜ਼ੀ ਹੋਂ ਵੀ ਮਿਲਦਾ, ਮੁਹੰਮਦਪੁਰ ਮੰਡੀ ਹੈ ਮਸ਼ਹੂਰ, ਠੀਕ ਹੈ, ਉੱਥੋਂ ਹੀ ਲੈ ਆਈਦਾ। ਅਸੀਂ ਇਹਨਾਂ ਤਿੰਨਾਂ ਮੰਡੀਆਂ ਜਾਂਦੇ ਹਾਂ, ਠੀਕ ਹੈ, ਕੁੱਲ ਕੰਵਰ, ਠੀਕ ਹੈ, ਡੇਰਾ ਗਾਜ਼ੀ ਹਾਂ, ਠੀਕ ਹੈ, ਤੇ ਮੁਹੰਮਦਪੁਰ। ਇਹ ਕਿਹੜੇ ਦਿਨ ਲੱਗਦੀਆਂ ਨੇ? ਇਹ ਜਨਾਬ ਮੁਹੰਮਦਪੁਰ ਜਿਹੜੀ ਉਹ ਲੱਗਦੀ ਹੈ ਸਵਾਰ, ਠੀਕ ਹੈ, ਮੁਹੰਮਦਪੁਰ ਰਾਜਨਪੁਰ ਹੈ, ਰਾਜਨਪੁਰ ਦਾ, ਠੀਕ ਹੈ,
ਅੱਗੇ ਆ ਜਾਂਦੀ ਕੁੱਲ ਕਮਰ, ਠੀਕ ਹੈ, ਉਹ ਲੱਗਦੀ ਹੈ ਮੰਗਲਵਾਰ। ਠੀਕ ਹੈ। ਅੱਗੇ ਕਿਹੜੇ ਕੁੱਲ ਕਮਰ ਕਿਹੜੇ ਸ਼ਹਿਰ 'ਚ? ਕੁੱਲ ਕਮਰ ਹੈ ਜਨਾਬ ਸੰਦਾ ਵਜ਼ੀਰੇ ਵਾਲਾ ਨਹੀਂ ਹੋਇਆ ਬੁਜ਼ਦਾਰ ਆ ਉਸ ਸ਼ਹਿਰ ਦੀ ਹੈ। ਆਹੋ ਚਲੋ ਠੀਕ ਹੋ ਗਿਆ। ਤੇ ਡੇਰਾ ਗਾਜ਼ੀ ਖਾਨ ਦੀ ਮੰਡੀ ਕਿਸ ਦਿਨ ਲੱਗਦੀ ਹੈ? ਡੇਰੇ ਗਾਜ਼ੀ ਖਾਨ ਦੀ ਮੰਡੀ ਬੁੱਧ ਵੀ ਲੱਗਦੀ ਹੈ, ਠੀਕ ਹੈ, ਤੇ ਮੇਰੇ ਖਿਆਲ ਹੈ ਉਹ ਜੁਮੇ ਵੀ ਲੱਗਦੀ ਹੈ, ਠੀਕ ਹੈ। 2 ਵਾਰ ਲੱਗਦੀ ਹੈ। 25 ਸਾਲ ਹੋ ਗਏ ਨੇ ਤੁਹਾਨੂੰ ਭੇਡੇ ਰੱਖਦਿਆਂ, ਤੁਹਾਨੂੰ ਕਦੀ ਨੁਕਸਾਨ ਹੋਇਆ ਭੇਡਿਆਂ 'ਚ? ਵੇਖੋ ਹੋ ਵੀ ਜਾਂਦਾ ਇਹ ਤਾਂ ਕੋਈ ਗੱਲ ਨਹੀਂ। ਪਿਛਲੇ ਪਹਿਲੇ ਸਾਡੇ 2 ਭਾਰੂ ਹੋ ਗਏ ਵੀ ਨੇ, ਜਾਇਆ ਨਹੀਂ ਹੋ ਗਏ ਨੇ। ਆਮ ਤੌਰ ਤੇ ਨਹੀਂ ਹੁੰਦਾ? ਆਨੇ ਆਮ ਤੌਰ 'ਤੇ ਫਿਰ ਕਰੋ ਚੁਗਦਾ ਹੀ ਪਿਆ, ਉਹਨੂੰ ਅੱਲਾ ਜਾਣੇ ਕੋਈ ਚੀਜ਼ ਲੜੀ ਹੈ, ਕੋਈ ਕੀੜਾ ਲੜਿਆ ਤੇ ਉਹ ਹੋ ਗਿਆ। ਕਹਿੰਦੇ ਓਵਰਆਲ ਭੇਡੇ ਰੱਖਣਾ ਇੱਕ ਚੰਗਾ ਕੰਮ ਹੈ ਜਾਂ ਮਾੜਾ ਕੰਮ? ਭੇਡਾ ਇੱਕ ਅੱਛਾ ਕੰਮ ਹੈ, ਮਿਹਨਤ ਕੰਮ ਕੋਈ ਵੀ ਮਾੜੀ ਨਹੀਂ। ਠੀਕ ਹੋ ਗਿਆ। ਕਹਿੰਦੇ ਆਖਰੀ ਗੱਲ ਆ ਗਈ, ਅਸੀਂ ਇਹਨਾਂ ਨੂੰ 10 ਦਿਨ ਹੀ ਨਵਾਉਂਦੇ ਨਹੀਂ ਆ, ਠੀਕ ਹੈ, ਸਫਾਈ ਰੱਖਨੇ ਇਹਨਾਂ ਦੀ। ਸਹੀ ਹੈ, ਇੱਥੇ ਹੁਣ ਮਾਂਜਾ ਮਰਵਾਉਣਾ, ਠੀਕ ਹੈ, ਅਜੇ ਤਾਂ ਖੋਲਣੇ ਨੇ ਨਾ, ਠੀਕ ਹੈ, ਅਜੇ ਖੋਲਣੇ ਨੇ, ਜੀ ਜੀ, ਇਹ ਸਾਰਾ ਮਾਂਜਾ ਵੱਜਣਾ, ਠੀਕ ਹੈ, ਸਾਰਾ ਸਾਫ਼ ਹੋ ਜਾਣੀ ਹੈ ਜਗ੍ਹਾ, ਗੰਦਗੀ ਵੀ ਨੀਚੇ ਵੀ ਨਹੀਂ ਰੱਖਣੀ। ਠੀਕ ਹੋ ਗਿਆ। ਅੱਛਾ ਤੁਸੀਂ ਇਹ ਦੱਸੋ ਕਿ ਅਗਰ ਕਿਸੇ ਬੰਦੇ ਨੇ ਭੇਡਾ ਲੈਣਾ ਹੋਏ ਤੁਹਾਡੇ ਕੋਲੋਂ ਜੀ ਹੁਣ ਜਾਂ ਈਦ ਤੇ, ਜੀ ਤੇ ਕਿਆ ਉਹ ਤੁਹਾਡੇ ਨਾਲ ਰਾਬਤਾ ਕਰ ਸਕਦਾ? ਬਿਲਕੁਲ ਕਰ ਸਕਦਾ। ਤੇ ਰਾਬਤਾ ਕਰਨ ਵਾਸਤੇ ਫੋਨ ਨੰਬਰ ਦੱਸੋ ਕੋਈ ਆਪਣਾ। ਫੋਨ ਨੰਬਰ ਤਾਂ ਹੁਣ ਮੈਂ ਇੰਝ ਮੈਂ ਦੱਸ ਦਿਓ। 348 0348 72 72 16 16 162 162। चलो ठीक है, अगर मेहरबानी। ठीक हो गया चाचा, बड़ी मेहरबानी, तुसी सानू बड़ी मुफीद मालूमात दित्तियां ने। अगर साडे नाज़रीन जो किसी नूं भेडा चाहिदा या इस सिलसिले च कोई खिदमात चाहिदी होए तो तुहाडे नाल राबता यानी कर सकदा है। ठीक है, बहुत शुक्रिया चाचा। ताबेदार असीं जनाब। व्यूअर्स आज की वीडियो में इतना ही। उम्मीद है आपको वीडियो पसंद आई होगी। अगर आपको वीडियो अच्छी लगी हो तो इसको लाइक कमेंट और शेयर करना मत भूलिए। चैनल को सब्सक्राइब करके बेल आइकन दबाइए। इंशाल्लाह फिर मिलेंगे एक नए वीडियो के साथ, तब तक के लिए अल्लाह हाफिज़।